ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਲਾਈਵ ਪ੍ਰੋਗਰਾਮ ਕਿੰਜਾਮਾ ਪਰਦੇਸ ਦੇ ਵਿੱਚ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਇਹ ਲਾਈਵ ਸ਼ੋ ਲੈ ਕੇ ਇੱਕ ਵਾਰੀ ਫੇਰ ਤੋਂ ਅਸੀਂ ਤੁਹਾਡੇ ਸਾਰਿਆਂ ਦੇ ਲਈ ਹਾਜ਼ਰ ਹੋ ਗਏ ਹਾਂ ਜੀ। ਜੇਕਰ ਅੱਜ ਤੁਸੀਂ ਵੀ ਆਪਣੇ ਘਰੇ ਬੈਠੇ ਹੋ परदेश जाने का सुपना देखते हो, ओवरसीज जाके तुसी पढ़ना चाहते हो, उत्थे जाके काम करना चाहते हो, किसी भी तरह का कोई भी सवाल है अपनी प्रोफाइल नु लेके एलिजिबिलिटी नु लेके स्टडी वीजा रिगार्डिंग होर जानकारी लेना चाहते हो तो इस शो दे विच तुहानू तुहाडी हर एक सवाल का जवाब मिलेगा, हर एक क्वेरी का असी एड्रैस करांगे तुहाडी क्वेरी नु। तुसी सिर्फ अपने वालों इन्ना करना है कि जिहड़ा नंबर इस वेले तुसी अपने टेलीफोन स्क्रीन ते देख रहे हो उसे नंबर ते तुसी सानू फोन करना है। जदों भी कॉल करोगे प्लीज ध्यान रखियो कि तुसी नेटवर्क एरिया दे विच रह के साडे नाल गल करनी है ते टीवी दी वॉल्यूम घटा के डायरेक्टली फोन दे थ्रू तुसी साडे नाल गल करके अपना जिहड़ा सवाल है वो साडे नाल शेयर करना है। शो विच असीं गल करांगे स्टडी वीजा बारे, डिस्कस करांगे कि जेकर तुहाडी प्रोफाइल वर्क प्रोस्पेक्ट्स दे लई भी एलिजिबल है तां ओह भी तुसी शेयर कर सकदे हो। पीआर रिलेटेड तुहाडा कोई क्वेश्चन है ओह भी पुछ सकदे हो। कैनेडा बारे गल करांगे, यूके बारे गल करांगे, ऑस्ट्रेलिया यूएसए बारे गल करांगे। तां जेकर तुहाडा भी सुपना है इन्हां कंट्रीज दे विच जाके पढ़न दा, काम करन दा, सैटल होण दा, मोस्ट वेलकम ने तुहाडी क्वेरी साडे शो दे विच। इसे दे नाल हुण तुहानू इंट्रोड्यूस करवाना चाहूंगी शो दे विच मौजूद साडे गेस्ट वीजा गुरु मिस्टर गौरव तलवार दे नाल। सर बहुत-बहुत स्वागत है तुहाडा। सत श्री अकाल जी। गौरव सर की अपडेट्स चल रही हैं इस वेले स्टडी वीजा? देखो अपडेट्स ये है कि इस समय आपा कह दी कि वीजा सक्सेस रेट वन ऑफ द बेस्ट है। ओके क्योंकि मैं 15 साल ਦੇ ਕੈਰੀਅਰ ਦੇ ਵਿੱਚ ਬਹੁਤ ਉਤਾਰ ਚੜਾਵ ਦੇਖੇ ਵੀਜ਼ਾਸ ਦੇ। ਕਦੇ ਤਾਂ ਕੰਟਰੀਜ਼ ਨੇ ਸਿਰਫ ਫਾਈਲ ਲਾਉਣ ਤੇ ਵੀਜ਼ਾ ਦੇ ਗਈਆਂ, ਕਦੇ ਕੰਟਰੀਜ਼ ਬਹੁਤ ਅੱਛੇ ਪ੍ਰੋਫਾਈਲਸ ਨੂੰ ਵੀ ਰਿਫਿਊਜ਼ ਕਰੀ ਗਈਆਂ। ਤਾਂ ਅੱਜ ਜੋ ਟਾਈਮ ਹੈ ਉਹ ਇਹ ਹੈ ਕਿ ਯੂ ਗੈਟ ਵੀਜ਼ਾ 101%। ओके ਬਟ ਤੁਹਾਡਾ ਦੋ ਚੀਜ਼ਾਂ, ਕਿਉਂਕਿ ਨਾ ਹੁਣ ਤੁਸੀਂ ਬਹੁਤ ਜ਼ਿਆਦਾ ਦੇਖੋਗੇ ਤਾਂ ਕੈਨੇਡਾ ਜੋ ਪੈਕੇਜ ਦੀ ਐਡ ਹੈ ਉਹ ਖਤਮ ਹੋ ਗਈ ਹੈ। ਹੁਣ ਤੁਹਾਨੂੰ ਆਪਣਾ ਤੁਸੀਂ ਸੋਸ਼ਲ ਮੀਡੀਆ ਸਕਰੋਲ ਕਰੋਗੇ ਜਾਂ ਤੁਸੀਂ ਕੁਝ ਵੀ ਐਡਵਰਟਾਈਜ਼ਮੈਂਟ ਦਾ ਮੈਟਰ ਚਾਹੇ ਟੀਵੀ ਰਾਹੀਂ ਸ਼ੋਜ਼ ਰਾਹੀਂ ਯੂਕੇ ਯੂਐਸ ਦੀ ਐਡ ਬਹੁਤ ਜ਼ਿਆਦਾ ਹੈ। यूएसए ਦੀ ਸਪੈਸ਼ਲੀ ਬਹੁਤ ਜ਼ਿਆਦਾ ਹੈ ਕਿਉਂਕਿ ਕੈਨੇਡਾ ਵਿੱਚ ਹੁਣ ਕੋਈ ਪੈਕੇਜ ਕਰ ਹੀ ਨਹੀਂ ਸਕਦਾ। ਓਕੇ ਕਿਉਂਕਿ ਕੈਨੇਡਾ ਵਿੱਚ ਉਹਨਾਂ ਨੇ ਥੋਰਲੀ ਕਾਲਜਸ ਨਾਲ ਜਾ ਕੇ ਚੈੱਕ ਕਰਨਾ ਸ਼ੁਰੂ ਕਰਤਾ ਕਿ ਤੁਹਾਡੇ ਕੋਲ ਮੰਨ ਲਓ ਰੂਪਾਂਸ਼ੀ ਨੇ ਅਪਲਾਈ ਕੀਤਾ, ਤੁਸੀਂ ਕਿਹਾ ਕਿ ਰੂਪਾਂਸ਼ੀ ਦੀ ਮੇਰੇ ਕੋਲ ਸਾਲ ਵਿੱਚ ਫੀਸ ਆ ਗਈ ਹੈ, ਸਾਨੂੰ ਦਿਖਾਓ ਕਿ ਫੀਸ ਕਿੱਥੇ ਆਈ ਹੈ ਔਰ ਉਹਦੇ ਅਕਾਊਂਟ ਤੋਂ ਆਈ ਹੈ। ਤਾਂ ਇਸ ਚੱਕਰ ਵਿੱਚ ਅਗਰ ਕਾਲਜ ਨਹੀਂ ਦਿਖਾ ਸਕਿਆ ਤਾਂ ਫਿਰ ਤੁਸੀਂ ਬੈਨ ਹੋਗੇ। ਓਕੇ ਤਾਂ ਇਸ ਲਈ ਤੁਹਾਨੂੰ ਕੈਨੇਡਾ ਨਹੀਂ ਦਿਖਾਈ ਦੇ ਰਿਹਾ। ਕੈਨੇਡਾ ਹੁਣ ਪ੍ਰੋਫੈਸ਼ਨਲੀ ਆ ਗਿਆ। ਬਹੁਤ ਲੋਕ ਸਾਨੂੰ ਪੁੱਛਦੇ ਕਿ ਵੀਕ ਪ੍ਰੋਫਾਈਲ ਦਾ ਵੀਜ਼ਾ ਕਿਉਂ ਆ ਰਿਹਾ। ਜਿਵੇਂ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਵਿੱਚ 5.5, ਦੋ ਵਿੱਚ 5.5, +2 ਤੋਂ ਬਾਅਦ ਦੋ ਵਿੱਚ 5.5 ਕਾਲ ਹੈ। ਕਾਲਰ ਵੀ ਜੁੜ ਰਹੇ ਨੇ ਸਰ, ਪਹਿਲਾਂ ਆਪਾਂ ਕਾਲਰ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਂ ਪੁੱਛਣਾ ਸੀਗਾ ਸਪਾਊਸ ਦੇ ਬਾਰੇ। ਅੱਛਾ ਜੀ, ਕਿਹੜੀ ਕੰਟਰੀ ਬਾਰੇ ਪੁੱਛਣਾ ਹੈ ਸਰ ਤੇ ਤੁਹਾਡੀ ਪ੍ਰੋਫਾਈਲ ਕੀ ਹੈ? ਮੈਂ ਕੈਨੇਡਾ ਬਾਰੇ ਪੁੱਛਣਾ ਸੀਗਾ। ਕੈਨੇਡਾ ਬਾਰੇ ਪੁੱਛਣਾ ਹੈ। ਤੁਸੀਂ ਕੀ ਕਰਦੇ ਹੋ ਸਰ? ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਨਹੀਂ ਮੈਡਮ, ਮੈਂ ਬੇਟੇ ਦਾ ਪੁੱਛਣਾ ਸੀਗਾ ਕਿ ਬੇਟੇ ਦਾ ਜਿਹੜਾ ਹੈਗਾ ਵਾ ਸਟੱਡੀ ਦਾ ਆ ਰਿਹਾ ਸੀਗਾ, ਬੱਚੇ ਜਾ ਸਕਦੇ ਆ। ਸਰ ਤੁਹਾਡੇ ਬੇਟੇ ਦੀ ਕੁਆਲੀਫਿਕੇਸ਼ਨ ਸ਼ੇਅਰ ਕਰ ਸਕਦੇ ਹੋ ਇੱਕ ਵਾਰੀ ਤੁਸੀਂ? ਹਾਂਜੀ, ਉਹ ਕਿੰਨਾ ਪੜ੍ਹੇ ਹੋਏ ਨੇ? ਪੜ੍ਹਦਾ 4th ਕਲਾਸ ਬੇਟਾ। ਕੀ ਪੜ ਰਿਹਾ ਜੀ ਭਾਜੀ? ਕੀ ਪੜ ਰਹੇ? ਬੇਟਾ 4th ਕਲਾਸ ਪੜ੍ਹ ਰਿਹਾ ਹੈ। ਅੱਛਾ 4th का ਸਕੂਲਿੰਗ ਵੀਜ਼ਾ ਨਹੀਂ ਜੀ, ਸਕੂਲਿੰਗ ਵੀਜ਼ਾ ਨਹੀਂ ਆਂਦਾ। ਸਕੂਲਿੰਗ ਵੀਜ਼ਾ ਤੁਸੀਂ ਅਪਲਾਈ ਨਹੀਂ ਕਰਨਾ। ਜੋ ਸਕੂਲਿੰਗ ਵੀਜ਼ਾ ਹੈ ਉਹ ਕਿਸੇ ਹੋਰ ਸਿਨੈਰੀਓ ਦਾ ਹੈ। ਉਹ ਬਹੁਤ ਜ਼ਿਆਦਾ ਤੁਹਾਡੇ ਫੰਡਸ ਚਾਹੀਦੇ ਆ, ਬਹੁਤ ਜ਼ਿਆਦਾ ਉਹਦੇ ਵਿੱਚ ਬਿਜ਼ਨਸ ਪ੍ਰੂਫ ਚਾਹੀਦੇ ਆ, ਪਹਿਲੀ ਗੱਲ। ਦੂਜੀ ਚੀਜ਼ ਜੋ ਸਭ ਤੋਂ ਵੱਡੀ ਚੀਜ਼ ਹੈ ਸਕੂਲਿੰਗ, ਜਿਵੇਂ ਅਗਰ ਤੁਸੀਂ +2 ਤੋਂ ਬਾਅਦ ਜਾਂ 10th ਤੋਂ ਬਾਅਦ ਸਟੱਡੀ ਤੇ ਜਾਂਦੇ ਹੋ ਤੇ ਖਰਚਾ ਅਗਰ 10 ਲੱਖ ਹੈ ਤਾਂ ਸਕੂਲਿੰਗ ਦਾ 50 ਲੱਖ ਹੈ, ਕਿਉਂਕਿ ਉਹ ਬਹੁਤ ਮਹਿੰਗਾ। ਉਹਦੇ 'ਚ ਬੋਰਡਿੰਗ, ਲੌਜਿੰਗ, ਉਸ ਅਕੋਰਡਿੰਗ ਉਹ ਤੁਹਾਡੇ ਤੋਂ ਫੰਡਸ ਮੰਗਦੇ ਆ। ਤਾਂ ਇਹ ਦੈਟ ਇਜ਼ ਅ ਬਿਜ਼ਨਸ ਕਲਾਸ ਫੈਮਿਲੀਜ਼, ਜਿਨ੍ਹਾਂ ਦਾ ਅਪਰ ਬਿਜ਼ਨਸ ਕਲਾਸ, ਜਿਨ੍ਹਾਂ ਦਾ ਬਹੁਤ ਜ਼ਿਆਦਾ, ਜਿਨ੍ਹਾਂ ਕੋਲ ਫੰਡਸ ਹੈ ਔਰ ਬਹੁਤ ਹੈ, ਉਹਨਾਂ ਲਈ ਹੈ, ਆਪਣੇ ਲਈ ਨਹੀਂ ਹੈ। ਇੱਕ ਮਿਡਲ ਕਲਾਸ, ਲੋਅਰ ਮਿਡਲ ਕਲਾਸ, ਅਪਰ ਮਿਡਲ, ਇਵਨ ਰਿਚ, ਇਹ ਤਿੰਨ ਕੈਟਾਗਰੀਜ਼ ਨਹੀਂ ਜਾ ਸਕਦੀ। ਅਪਰ ਰਿਚ ਔਰ ਰਾਇਲਸ ਇਹ ਲੋਕ ਜਾ ਸਕਦੇ ਆ ਉਹਦੇ ਜੀ ਵਿੱਚ। ਬਿਲਕੁਲ। ਤੇ ਨਾਲ ਹੀ ਜੁੜਦੇ ਆ ਸ਼ੋ ਵਿੱਚ ਨੈਕਸਟ ਕਾਲਰ ਨਾਲ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸ੍ਰੀ ਅਕਾਲ ਜੀ। ਹਾਂਜੀ ਸਰ, ਕੀ ਸਵਾਲ ਹੈ ਜੀ ਤੁਹਾਡਾ?
ਸਾਡੇ ਦਰਸ਼ਕਾਂ ਨੂੰ ਮੇਰੀ ਗੁਜ਼ਾਰਿਸ਼ ਹੈ ਜੀ ਕਿ ਜੇਕਰ ਤੁਹਾਡਾ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੈ ਤਾਂ ਬੇਸ਼ੱਕ ਸ਼ੋਅ ਦੇ ਵਿੱਚ ਕਾਲ ਕਰਕੇ ਤੁਸੀਂ ਆਪਣੀ ਕੁਐਰੀਜ਼ ਡਿਸਕਸ ਕਰ ਸਕਦੇ ਹੋ, ਆਪਣੀ ਪ੍ਰੋਫਾਈਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਵੀਜ਼ਾ ਐਕਸਪਰਟਸ ਦੀ ਰਾਏ ਲੈ ਸਕਦੇ ਹੋ ਸ਼ੋਅ ਦੇ ਵਿੱਚ ਕਿ ਤੁਹਾਡੇ ਲਈ ਕੀ ਸਹੀ ਰਹੇਗਾ, ਕਿਹੜੀ ਕੰਟਰੀ ਤੁਹਾਨੂੰ ਜਾਣਾ ਚਾਹੀਦਾ ਹੈ, ਕਿਹੜਾ ਆਪਸ਼ਨ ਤੁਹਾਡੇ ਲਈ ਬੈਟਰ ਹੈ ਤੇ ਕਿਵੇਂ ਤੁਹਾਨੂੰ ਅੱਗੇ ਆਪਣੀ ਫਾਈਲ ਜਿਹੜੀ ਹੈ ਉਹ ਐਮਬੈਸੀ ਦੇ ਵਿੱਚ ਪ੍ਰੋਸੀਡ ਕਰਨੀ ਚਾਹੀਦੀ ਹੈ। ਗੌਰਵ ਸਰ, ਤੁਸੀਂ ਸ਼ੁਰੂਆਤ ਦੇ ਵਿੱਚ ਰਿਜ਼ਲਟਸ ਦਾ ਜ਼ਿਕਰ ਕੀਤਾ ਹਾਂ ਸੀ। ਬਿਲਕੁਲ, ਬਹੁਤ ਸੀਰੀਅਸ ਇਸ਼ੂ ਹੈ। ਉਹਦੇ 'ਚ ਕੀ ਹੈ, ਹੁਣ ਅਸੀਂ ਰੋਜ਼ ਤੁਹਾਨੂੰ ਨਵੀਂ ਵੀਡੀਓਜ਼ ਦਿਖਾਉਂਦੇ ਆ, ਅੱਜ ਵੀ ਦਿਖਾਵਾਂਗੇ। ਹੁਣ ਇੱਕ ਬੱਚਾ ਸਾਡੇ ਕੋਲ BSc ਕਰਕੇ ਆਇਆ, ਓਕੇ 3 ਸਾਲ GOC ਉਹਨੇ BSc ਦਾ, ਉਸ ਤੋਂ ਬਾਅਦ ਗੈਪ ਸੀ। ਹੁਣ ਉਹਦੇ 6 ਬੈਂਡ ਸੀ, ਇੱਕ ਵੀ 5.5 ਸੀ। ਓਕੇ ਹੁਣ ਉਹਨੂੰ she is refused one time from some college, ਓਕੇ ਬਟ ਮੈਂ ਉਹਨੂੰ ਯੂਨੀਵਰਸਿਟੀ ਲੈ ਕੇ ਦਿੱਤੀ ਔਰ ਸਾਈਬਰ ਸਿਕਿਉਰਿਟੀ ਦਾ ਕੋਰਸ ਲੈ ਕੇ ਦਿੱਤਾ ਜਿਹਦੀ ਫੀਸ 1 ਸਾਲ ਦੀ $20,000 ਹੈ। ਓਕੇ ਠੀਕ ਹੈ, ਸਾਈਬਰ ਸਿਕਿਉਰਿਟੀ 2 ਸਾਲ ਦਾ ਕੋਰਸ, 1 ਸਾਲ ਦੀ ਫੀਸ $20,000, ਜੀ $20,000 ਉਹ ਭਰੇ, 10,200 ਇਹ ਭਰੇ, ਤਾਂ ਮਤਲਬ 20 ਤੇ 10 30,200, ਮੰਨ ਲਓ $32,000 ਬੱਚੇ ਦਾ ਖਰਚਾ ਆਇਆ ਠੀਕ ਹੈ ਔਰ ਬੱਚੇ ਨੂੰ $32,000 ਤੋਂ ਬਾਅਦ ਦੇ ਗੈਟ ਵੀਜ਼ਾ। ਓਕੇ ਹੁਣ ਜਦੋਂ ਅਸੀਂ ਇੱਕ ਮੈਕਸੀਕੋ ਬਾਰਡਰ ਪਾਰ ਕਰਨ ਲਈ 27-28 ਲੱਖ ਰੁਪਏ ਦੇ ਦਿੰਦੇ ਆ, ਜਦੋਂ ਅਸੀਂ ਆਫਟਰ ਵੀਜ਼ਾ 20 ਲੱਖ ਦਾ ਪੈਕੇਜ ਕਰ ਲੈਂਦੇ ਆ ਕਿ ਸਾਨੂੰ 20 ਲੱਖ ਰੁਪਏ ਦੇ ਦਾਂਗੇ ਤੁਹਾਨੂੰ ਆਫਟਰ ਵੀਜ਼ਾ, 22 ਲੱਖ ਦੇ ਦਾਂਗੇ, ਤਾਂ ਅਸੀਂ ਸਹੀ ਕਾਲਜ ਯੂਨੀਵਰਸਿਟੀ, ਮੰਨ ਲਓ $20,000 ਤੁਹਾਡੀ ਜੋ ਫੀਸ ਹੈ ਉਹ 12-13 ਲੱਖ ਰੁਪਏ ਸਾਲ ਦੀ ਹੋ ਗਈ, ਪਲੱਸ 6 ਲੱਖ ਤੁਹਾਡਾ, ਮੰਨ ਲਓ 20 ਲੱਖ ਰੁਪਇਆ ਤੁਹਾਡਾ 1 ਸਾਲ ਦੀ ਫੀਸ। ਔਰ ਰਨਾਊਂਡ ਯੂਨੀਵਰਸਿਟੀਜ਼, ਉਹ ਯੂਨੀਵਰਸਿਟੀਜ਼ ਜਿਸ ਤੋਂ ਬਾਅਦ ਤੁਹਾਨੂੰ ਵਾਈਟ ਕਾਲਰ ਜੋਬ ਪੱਕੀ ਹੈ। ਦੂਜਾ ਕਾਪ ਅਪ ਦੀ ਗੱਲ ਨਹੀਂ ਹੁੰਦੀ, ਈਵਨ ਬਹੁਤ ਸਾਰੇ ਸ਼ੋਜ਼ ਤੁਸੀਂ ਬਹੁਤ ਸਾਰੇ, ਮੈਨੂੰ ਲੱਗਦਾ ਤੁਸੀਂ ਆਪ ਵੀ ਐਕਸਪਰਟ ਹੀ ਹੋ ਕਿਉਂਕਿ ਇੰਨੇ ਸਾਲਾਂ ਤੋਂ ਗੱਲ ਕਰ ਰਹੇ ਹੋ, ਤੁਹਾਨੂੰ ਬਹੁਤ ਟੈਕਨੀਕਲ ਪਤਾ ਹੈ। ਤਾਂ ਕਾਪ ਅਪ ਦੀ ਗੱਲ ਕਿੱਥੇ ਹੁੰਦੀ ਹੈ? ਕੌਣ ਕਾਪ ਅਪ ਬਾਰੇ ਗਾਈਡ ਕਰਦਾ ਹੈ? ਇਹ ਵੀ ਹੈ ਨਾ ਕਿ ਅਸੀਂ ਇਹਨੇ ਵਧੀਆ ਕੋਰਸਿਸ, ਵਧੀਆ ਕਾਲਜਸ ਦੀ ਗੱਲ ਕਰਤਾ ਰਹੇ ਹਾਂ, ਬਟ ਇਹੋ ਜਿਹੇ ਸਟੂਡੈਂਟਸ ਵੀ ਸਾਡੇ ਕੋਲ ਹੋਣੇ ਬਿਲਕੁਲ ਚਾਹੀਦੇ ਸਟੂਡੈਂਟ ਹੈਗੇ ਆ, ਜਿਹੜੇ willing ਪਰ ਉਹਨਾਂ ਨੂੰ ਗਾਈਡ ਕਰਨਾ ਪੈਂਦਾ ਹਾਂ, ਹੈ। ਇਹ ਵੀ ਜਿੱਥੇ ਅਸੀਂ ਬੱਚਿਆਂ ਨੂੰ ਇਹ ਗਾਈਡ ਕਰਦੇ ਆ ਵੀ ਤੂੰ ਤੇਰੇ 2 ਵੀ 5.5 ਹੈ, ਪੈਸੇ ਲਾਂਗੇ ਵੀਜ਼ਾ ਤੋਂ ਬਾਅਦ, ਪੈਸੇ ਲਾਂਗੇ 20 ਲੱਖ, ਉਸ ਤੋਂ ਬਜਾਏ ਉਹਨਾਂ ਨੂੰ ਇਹ ਗਾਈਡ ਨਹੀਂ ਕਰਦੇ ਕਿ ਅਸੀਂ ਤੇਰਾ ਸਾਈਬਰ ਸਿਕਿਉਰਿਟੀ, ਅਸੀਂ ਤੇਰਾ ਜੋ ਹੈ ਕਲਾਉਡ ਕੰਪਿਊਟਿੰਗ, ਅਸੀਂ ਤੇਰਾ ਟੈਕਨੋਲੋਜੀਜ਼, ਐਰੋਨੌਟਿਕ ਜੋ ਐਕਚੁਅਲ ਕੋਰਸਿਸ ਹੈ ਉਹਦੇ ਤੁਹਾਨੂੰ ਭੇਜਾਂਗੇ। ਡੈਫੀਨੇਟਲੀ ਉਹਦੇ ਥੋੜਾ ਭਿੱਖ ਵੀ ਵਧੀਆ, ਤੁਸੀਂ ਐਨਾਲਾਈਜ਼ ਆਪ ਵੀ ਕਰ ਸਕਦੇ ਹੋ। ਇੱਕ ਪੇਜ ਪੈਨ ਲੈ ਕੇ, ਇੱਕ ਗੂਗਲ ਖੋਲ ਕੇ ਦੋਨੋਂ ਜਗ੍ਹਾ ਐਨਾਲਾਈਜ਼ ਕਰ ਸਕਦੇ ਹੋ ਕਿ ਇੱਕ ਜਗ੍ਹਾ ਫਿਊਚਰ ਆਫ ਆਫਟਰ ਡੂਇੰਗ cloud computing, after doing cyber security, after doing logistic, और एक future after doing a business course in Canada, then you see what is the difference, salary package ਕੀ ਹੈ। ਹੁਣ MBA ਇੱਕ ਸਿੰਪਲ ਜਿਹਾ ਉਦਾਹਰਨ ਹੈ, MBA ਤੁਸੀਂ MBA ਅਹਿਮਦਾਬਾਦ ਯਾਨੀ ਇੰਟਰਨੈਸ਼ਨਲ ਬਿਜ਼ਨਸ ਸਕੂਲਸ ਤੋਂ ਵੀ ਕਰਦੇ ਹੋ, ਉਹਦੀ ਫੀਸ 25-26 ਲੱਖ ਰੁਪਏ ਹੈ। ਇੱਕ MBA ਤੁਸੀਂ ਇੱਕ ਨਾਰਮਲ ਕੋਰਸਪੋਂਡੈਂਸ ਵੀ ਕਰਦੇ ਹੋ, ਉਸ MBA ਤੋਂ ਬਾਅਦ, ਇੱਕ MBA ਤੋਂ ਬਾਅਦ ਤੁਹਾਡਾ ਪੈਕੇਜ ਲੱਗਦਾ 70 ਲੱਖ 80 ਲੱਖ। ਇੱਕ MBA ਤੋਂ ਬਾਅਦ ਤੁਹਾਡਾ ਪੈਕੇਜ 10,000 ਵੀ ਨਹੀਂ ਲੱਗਦਾ। ਇੱਕ ਹੋਟਲ ਮੈਨੇਜਮੈਂਟ ਤੋਂ ਬਾਅਦ ਤੁਹਾਡਾ ਪੈਕੇਜ ਲੱਗਦਾ 80 ਲੱਖ 90 ਲੱਖ। ਇੱਕ ਹੋਟਲ ਮੈਨੇਜਮੈਂਟ ਤੋਂ ਬਾਅਦ 4-5,000 ਵੀ ਨਹੀਂ ਕਮਾਉਂਦੇ, ਹੈ ਤਾਂ ਦੋਨੋਂ ਹੀ ਹੋਟਲ ਮੈਨੇਜਮੈਂਟ। ਤਾਂ ਨਾਮ ਦੇ ਪਿੱਛੇ ਕੁਆਲਿਟੀ ਕਿੰਨੀ ਇਨਕਰੀਜ਼ ਹੈ। ਹੁਣ ਕਿਸੇ ਚੀਜ਼ ਵਿੱਚ 골ਡ ਆ, ਉਹਨੂੰ 14% ਹੈ, 18% ਹੈ, 22 ਹੈ, 24 ਕੈਰਟ, ਦੈਟ ਇਜ਼ ਡਿਫਰੈਂਟ। ਬਿਲਕੁਲ ਸਰ। ਤੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਸਰ ਤੁਹਾਡਾ? ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਜਿਵੇਂ ਮੰਨ ਲਓ ਵੀਜ਼ਾ ਪੈਦਾ ਹੁੰਦਾ ਹੈ, ਕਾਲਜ ਦਾ ਮਤਲਬ ਜਿਹੜੇ ਕਲੀਅਰ ਨਹੀਂ ਹੁੰਦਾ ਵੀ ਮਈ ਇਨਟੇਕ ਹੈ ਜਾਂ ਜਨਵਰੀ ਇਨਟੇਕ ਹੈ। ਹਾਂਜੀ, ਉਹ ਅੱਗੇ ਜਾ ਕੇ ਮਤਲਬ ਵੀਜ਼ਾ ਐਕਸਟੈਂਡ ਹੋ ਜਾਂਦਾ ਉੱਥੇ? ਨਹੀਂ, ਵੀਜ਼ਾ ਐਕਸਟੈਂਡ ਕਿਵੇਂ ਹੋਏਗਾ? ਅਗਰ ਜਿਹੜੇ ਇਨਟੇਕ ਦਾ ਤੁਹਾਨੂੰ ਵੀਜ਼ਾ ਮਿਲਿਆ ਉਸੇ ਇਨਟੇਕ ਵਿੱਚ ਤੁਹਾਨੂੰ ਪੜ੍ਹਨਾ ਪਏਗਾ, ਨਹੀਂ ਤਾਂ ਤੁਹਾਡਾ ਜੋ ਸਟੇਟਸ ਹੈ ਉਹ ਇਲੀਗਲ ਹੋ ਜਾਏਗਾ। ਠੀਕ ਹੈ ਜੀ। ਠੀਕ ਹੈ ਜੀ।
ਮੈਂ ਰੈਫਰ ਕਰਾ ਚੁੱਕੇ ਸੀ ਠੀਕ ਹੈ ਜੀ। ਤੇ ਰੈਫਰਮੈਂਟ ਸਾਨੂੰ ਜਨਵਰੀ ਦੀ ਨਹੀਂ ਮਿਲੀ, ਮਈ ਦੀ ਮਿਲੀ ਹੈ ਠੀਕ ਹੈ ਜੀ। ਤੇ ਵੀਜ਼ਾ ਸਾਡਾ ਆ ਗਿਆ ਸਾਨੂੰ ਸਤੰਬਰ ਦੇ ਵਿੱਚ ਹੀ ਆ ਕੇ ਸਾਨੂੰ ਮਿਲ ਗਿਆ। ਠੀਕ ਹੈ ਜੀ। ਤੇ ਹੁਣ ਮਈ ਇੰਟੇਕ ਸਾਡਾ ਮੰਗ ਰਿਹਾ ਹੈ। ਤੇ ਬੱਚਾ ਕਿੱਥੇ ਹੈ ਜੀ ਇਸ ਸਮੇਂ? ਹਾਂਜੀ, ਬੱਚਾ ਕਿੱਥੇ ਹੈ ਇਸ ਸਮੇਂ? ਉਹ ਤਾਂ ਇੰਡੀਆ ਵਿੱਚ ਹੀ ਹੈ ਜੀ। ਹਾਂ ਇੰਡੀਆ ਵਿੱਚ ਹੈ ਜੀ। ਦੋ ਤਰੀਕੇ ਹੈ, ਜਾਂ ਤਾਂ ਤੁਸੀਂ ਕਾਲਜ ਨੂੰ ਵੀਜ਼ਾ ਦੇ ਦਿਓ, ਉਹ ਤੁਹਾਡਾ ਸਪਟੰਬਰ ਇਨਟੇਕ ਵਿਦ ਐਕਸਟੈਂਸ਼ਨ ਦੇ ਦੇ। ਜੇ ਉਹਦੇ ਕੋਲ ਮਈ ਹੈ ਫਿਰ ਤੁਹਾਨੂੰ ਅਪ੍ਰੈਲ ਦੇ ਵਿੱਚ ਜਾਣਾ ਪਏਗਾ ਜੀ। 1 ਮਹੀਨਾ ਪਹਿਲੇ ਜਾ ਸਕਦੇ ਹੋ ਤੁਸੀਂ। ਅੱਛਾ, ਇੱਕ ਮਹੀਨਾ ਪਹਿਲਾਂ ਚਲੇ ਜਾਵਾਂਗੇ। 1 ਮਹੀਨੇ ਤੋਂ ਪਹਿਲੇ ਨਹੀਂ ਜਾ ਸਕਦੇ, ਤੁਹਾਨੂੰ ਬੋਰਡਿੰਗ ਨਹੀਂ ਕਰਨ ਦੇਣਗੇ। ਮਤਲਬ ਅਪ੍ਰੈਲ ਦੇ ਵਿੱਚ ਜਾਵਾਂਗੇ, ਫਿਰ ਜਾਵਾਂਗੇ ਨਾ। ਹਾਂ ਅਪ੍ਰੈਲ ਵਿੱਚ ਜਾਓਗੇ। ਕਾਲਜ ਨਾਲ ਗੱਲ ਕਰ ਲਓ, ਆਪਣੇ ਕੰਸਲਟੈਂਟ ਨਾਲ ਗੱਲ ਕਰ ਲਓ, ਜਨਵਰੀ ਇਨਟੇਕ ਕਰਾ ਦੇ ਤੁਹਾਡਾ, ਜਾਂ ਸਪਟੰਬਰ ਦੀ ਐਕਸਟੈਂਸ਼ਨ ਲੈ ਦੇ। ਠੀਕ ਹੈ। ਆਨਲਾਈਨ ਤੁਹਾਡੀ ਕਲਾਸਿਸ ਲਵਾ ਕੇ ਨਾ ਐਨਰੋਲ ਕਰਕੇ। ਤੁਹਾਡਾ ਕੋਰਸ ਹਾਈਬ੍ਰਿਡ ਹੈ ਜਾਂ ਆਨਲਾਈਨ ਹੈ? ਹਾਂਜੀ, ਤੁਹਾਡਾ ਕੋਰਸ ਕਿਹੜਾ ਹੈ, ਹਾਈਬ੍ਰਿਡ ਹੈ ਜਾਂ ਸਿੰਪਲ ਹੈ? ਮੈਂ ਤਾਂ ਬਿਜ਼ਨਸ ਕਰਾਈ ਹੈ। ਹੈ ਬਿਜ਼ਨਸ ਤਾਂ ਆਨਲਾਈਨ ਹੈ ਜੀ। ਉਹ ਤਾਂ ਤੁਸੀਂ ਜਦੋਂ ਮਰਜ਼ੀ ਕੋ ਐਨਰੋਲ ਕਰਕੇ ਆਨਲਾਈਨ ਤਾਂ ਸਾਨੂੰ ਸੀਟ ਮਿਲੀ ਨਹੀਂ ਨਾ। ਸਪਟੰਬਰ ਵਿੱਚ ਤਾਂ ਸੀਟ ਮਿਲੀ ਨਹੀਂ ਸਾਨੂੰ ਰੈਫਰ। ਫਿਰ ਕੋਈ ਗੱਲ ਨਹੀਂ ਜੀ। ਅਗਰ ਤੁਹਾਨੂੰ ਮਈ ਕਹਿ ਰਿਹਾ ਫਿਰ ਤੁਸੀਂ ਅਪ੍ਰੈਲ ਵਿੱਚ ਜਾਣਾ ਜੀ। ਅਪ੍ਰੈਲ ਤੋਂ ਪਹਿਲੇ ਬੋਰਡਿੰਗ ਨਹੀਂ ਕਰਨੀ। ਠੀਕ ਹੈ। ਥੈਂਕ ਯੂ। ਬਿਲਕੁਲ। ਤੇ ਗੌਰ ਸਰ, ਜਿਵੇਂ ਹਰ ਵਾਰੀ ਅਸੀਂ ਰਿਜ਼ਲਟਸ ਦਾ ਜ਼ਿਕਰ ਕਰਦੇ ਹਾਂ, ਹਰ ਵਾਰੀ ਟੈਸਟੀਮੋਨੀਅਲਸ ਤੁਸੀਂ ਸ਼ੋਅ ਦੇ ਵਿੱਚ ਲੈ ਕੇ ਆਉਂਦੇ ਹੋ, ਤਾਂ ਮੈਨੂੰ ਲੱਗਦਾ ਹੈ ਅੱਜ ਵੀ ਮਤਲਬ ਸਾਨੂੰ ਟੈਸਟੀਮੋਨੀਅਲਸ ਦਰਸ਼ਕਾਂ ਦੇ ਰੂਬਰੂ ਕਰਨੀ ਚਾਹੀਦੀ ਹੈ। ਬਿਲਕੁਲ ਜ਼ਰੂਰੀ ਹੈ, ਔਰ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਟੈਸਟੀਮੋਨੀਅਲਸ ਪਲੇ ਕਰਨ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੌਰਵ ਤਲਵਾਰ ਅੱਜ ਫਿਰ ਇੱਕ ਸਟੋਰੀ ਸਾਂਝੀ ਕਰਾਂਗੀ। ਸਟੋਰੀ ਇੱਕ ਪਰਿਵਾਰ ਦੀ ਹੈ। ਵਾਰ-ਵਾਰ ਤੁਹਾਡੇ ਨਾਲ ਸਟੋਰੀ ਸਾਂਝੀ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਤੁਹਾਨੂੰ ਮੋਟੀਵੇਟ ਕਰ ਪਾਈਏ ਕਿ ਜੇ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਵਿਦੇਸ਼ ਜਾਣ ਦਾ ਸਭ ਤੋਂ ਸਹੀ ਔਰ ਲੀਗਲ ਰਸਤਾ ਸਟੱਡੀ ਵੀਜ਼ਾ ਹੈ। ਸਟੱਡੀ ਵੀਜ਼ਾ ਤੁਹਾਨੂੰ ਵਿਦਆਊਟ ਆਇਲਸ, ਵਿਦ ਆਇਲਸ, ਵਿਦ ਗੈਪ, ਪੇ ਆਫਟਰ ਵੀਜ਼ਾ ਬਹੁਤ ਸਾਰੀ ਫੈਸਿਲਿਟੀ ਦਿੰਦਾ ਹੈ, ਜਿੱਥੇ ਜਾ ਕੇ ਤੁਸੀਂ ਪੜ੍ਹ ਕੇ ਆਪਣੇ ਆਪ ਨੂੰ ਸੈਟਲ ਕਰ ਸਕਦੇ ਹੋ। ਕਿਉਂਕਿ ਇਹ ਗੱਲ ਸਮਝੋ ਕਿ ਵਾਈਟ ਕੋਟ ਪਾ ਕੇ ਤੁਸੀਂ ਡਾਕਟਰ ਨਹੀਂ ਬਣ ਸਕਦੇ, ਬਲੈਕ ਕੋਟ ਪਾ ਕੇ ਤੁਸੀਂ ਵਕੀਲ ਨਹੀਂ ਬਣ ਸਕਦੇ। ਉਹਦੇ ਲਈ ਤੁਹਾਨੂੰ ਪੜ੍ਹਨਾ ਔਰ ਤਕਨੀਕੀ ਰੂਪ ਨਾਲ ਜੋ ਜਾਗਰੂਕ ਹੈ ਹੋਣਾ ਪਏਗਾ। ਤਾਂ ਇਹ ਸਟੋਰੀ ਜੋ ਸਾਂਝੀ ਕਰ ਰਹੇ ਹਾਂ ਬ੍ਰਦਰ ਸਿਸਟਰ ਦੀ, ਇੱਕੋ ਹੀ ਕਰ ਰਹੇ ਨੇ, ਤੇ ਇਹ ਦੋਨਾਂ ਨੇ ਯੂਕੇ ਜਾਣ ਲਈ ਸਾਨੂੰ ਸੰਪਰਕ ਕੀਤਾ। ਵਿਦਆਊਟ ਆਇਲ ਸੀਗੇ ਦੋਨਾਂ ਦਾ, ਯੂਕੇ ਦਾ ਵੀਜ਼ਾ ਲੱਗ ਕੇ ਆ ਗਿਆ। ਔਰ ਖਾਸ ਗੱਲ ਇਹ ਕਿ ਇਹ ਪੇ ਆਫਟਰ ਵੀਜ਼ਾ ਸਰਵਿਸਿਜ਼ ਇਹਨਾਂ ਨੇ ਅਵੇਲ ਕੀਤੀਆਂ। ਤਾਂ ਮੈਂ ਇਹਨਾਂ ਨੂੰ ਕੰਗ੍ਰੈਟਸ ਕਹਿਣਾ ਚਾਹੁੰਦਾ ਸਭ ਤੋਂ ਪਹਿਲੇ, ਔਰ ਦੂਜਾ ਇਹਨਾਂ ਨੂੰ ਕਹਿਣਾ ਇਹ ਆਪਣਾ ਜੋ ਰਿਵਿਊ ਹੈ ਤੁਹਾਡੇ ਨਾਲ ਸਾਂਝਾ ਕਰਨ। ਅਸੀਂ ਦੋਨੋਂ ਆਈਲੈਟ ਵਿਦਆਊਟ ਆਈਲੈਟ ਸੀਗੇ ਤੇ ਅਸੀਂ ਵੀਰਜ ਜੀ ਦੀ ਐਡ ਦੇਖੀ ਤੇ ਅਸੀਂ ਇਹਨਾਂ ਕੋਲ ਆਏ ਤੇ ਸਾਨੂੰ ਬਹੁਤ ਵਧੀਆ ਇਹਨਾਂ ਨੇ ਇੱਕ ਆਨਸਰ ਦਿੱਤਾ ਤੇ ਸਾਨੂੰ ਬਹੁਤ ਵਧੀਆ ਲੱਗਿਆ। ਸਾਨੂੰ ਹੁਣ ਸਾਡਾ ਵੀਜ਼ਾ ਲੱਗ ਕੇ ਆ ਚੁੱਕਿਆ। ਥੈਂਕ ਯੂ ਸਰ। ਥੈਂਕ ਯੂ। ਬਿਲकुल। और मैं ये दोनों बच्चों कांग्रेट्स करना चाहना और हमेशा की तरह कहना चाहना कि रब इन्होंने बहुत तरक्की बख्शे। और अगर तुसी भी यूके विद फैमिली स्पाउस दे नाल अपने सिबलिंग दे नाल फैमिली नाल और विदाउट आयल्स या विद आयल्स या यूके दे किसी भी टूरिस्ट वर्क परमिट या पीआर ते पॉलिसीज ते जाना चाहते हो तो जरूर सानू कॉल करो या मैनू फॉलो करो। सत श्री अकाल। सत श्री अकाल जी, मैं गौरव तलवार। फैमिली जो साड़ी फैमिली बनती है बहुत खुशी होती है, बहुत सारी जिम्मेवारियां साडे सिर ते भी आउंदियां और अच्छे बुरा समय असी फैमिली दे नाल बहुत अच्छी तरह बिताउने हैं। अज एक फैमिली तुहाडे नाल इंट्रोड्यूस करावांगे। यूके चली है फैमिली और खास मैनू पसंद इसलिए है कि यूके विच वीज़ा इकट्ठे हुंदा। ਜਦੋਂ ਅਸੀਂ ਆਪਦੇ ਰੀਤੀ ਰਿਵਾਜ਼ਾਂ ਨਾਲ ਕਿਸੇ ਨਾਲ ਮੈਰਿਜ ਕਰਦੇ ਹਾਂ ਤਾਂ ਇਕੱਠੇ ਰਹਿਣ ਲਈ ਕਰਦੇ ਹਾਂ। ਔਰ ਕਿਤੇ ਨਾ ਕਿਤੇ ਮੈਨੂੰ ਯੂਕੇ, ਆਸਟ੍ਰੇਲੀਆ ਔਰ ਯੂਐਸ ਇਸ ਲਈ ਪਸੰਦ ਹੈ ਕਿ ਉੱਥੇ ਜੋ ਵੀਜ਼ਾ ਹੈ ਉਹ ਸਪਾਊਸ ਵੀਜ਼ਾ ਇਕੱਠੇ ਆਉਂਦਾ। ਤਾਂ ਇਹ ਦੋਨੋਂ ਦਾ ਵੀਜ਼ਾ ਜੋ ਹੈ ਜਾ ਚੁੱਕਿਆ ਹੈ। ਔਰ ਜੋ ਮੇਨ ਐਪਲੀਕੈਂਟ ਹੈ ਮੈਡਮ ਨੇ, ਇਹਨਾਂ ਦੇ ਵਿਦਆਊਟ ਆਇਲਸ ਇਹਨਾਂ ਨੇ ਅਪਲਾਈ ਕੀਤਾ। ਮਾਸਟਰ ਡਿਗਰੀ ਇਹਨਾਂ ਨੇ ਕੀਤੀ ਹੋਈ ਸੀ ਔਰ 4-5 ਸਾਲ ਦਾ ਗੈਪ ਸੀ।
ਅੱਜ ਵੀਡੀਓ ਬਣਾਉਣ ਦਾ ਮਕਸਦ ਖਾਸ ਇਹ ਹੈ ਕਿ ਇਹ ਵੀ ਉਹੀ ਗੱਲ ਸੀ ਕਿ ਇਕੱਠੇ ਪੈਸੇ ਨਹੀਂ ਦੇ ਸਕਦੇ ਸੀ। ਇਹ ਕਹਿ ਰਹੇ ਸੀ ਕਿ ਸਾਡੀ ਇਹ ਕੋਈ ਹੋਵੇ ਕਿ ਅਸੀਂ ਉੱਥੇ ਕਮਾਈਏ ਔਰ ਦੇ ਦਈਏ। ਤਾਂ ਯੂਕੇ ਵਿੱਚ ਇਹ ਸਿਸਟਮ ਹੈ ਕਿ ਤੁਸੀਂ ਸਿਰਫ ਮਿਨੀਮਮ ਡਿਪੋਜ਼ਿਟ ਪੇ ਕਰ ਦਿਓ, ਉਸ ਤੋਂ ਬਾਅਦ ਹਰ ਮਹੀਨੇ ਉੱਥੇ ਜਾ ਕੇ ਤੁਸੀਂ ਪੈਸੇ ਪੇ ਕਰ ਸਕਦੇ ਹੋ। ਤਾਂ ਮੈਂ ਇਹਨਾਂ ਨੂੰ ਕਾਂਗਰੈਟਸ ਕਰਨਾ। ਔਰ ਕੋਈ ਵੀ ਤੁਸੀਂ ਫੈਮਿਲੀ ਸਮੇਤ ਅਗਰ ਯੂਕੇ ਜਾਣਾ ਚਾਹੁੰਦੇ ਹੋ, US ਜਾਣਾ ਚਾਹੁੰਦੇ ਹੋ, ਕੈਨੇਡਾ, ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਤਾਂ ਮੈਂ ਥੋੜਾ ਜਿਹਾ ਮੈਡਮ ਤੋਂ ਐਕਸਪੀਰੀਅੰਸ ਵੀ ਜਾਨਣਾ ਚਾਹੂੰਗਾ ਕਿ ਉਹ ਆਪਣਾ ਐਕਸਪੀਰੀਅੰਸ ਦੱਸਣ। ਤੁਹਾਡਾ ਐਕਸਪੀਰੀਅੰਸ ਕੀ ਰਿਹਾ ਬਾਹਰ ਜਾਣ ਬਾਰੇ? ਬਹੁਤ ਵਧੀਆ ਰਿਹਾ ਐਕਸਪੀਰੀਅੰਸ ਮੇਰਾ ਬਾਹਰ ਜਾਣ ਬਾਰੇ। ਔਰ ਸਭ ਤੋਂ ਮੇਨ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਆਪਾਂ ਮੈਰਿਜ ਕਰਦੇ ਹਾਂ, ਇਕੱਠੇ ਰਹਿਣ ਦੀ ਕਰਦੇ ਹਾਂ, ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡਾ ਵੀਜ਼ਾ ਇਕੱਠੇ ਆਇਆ ਤਾਂ ਅਸੀਂ ਇਕੱਠੇ ਹੀ ਰਹਾਂਗੇ ਫੈਮਿਲੀ। ਬਿਲਕੁਲ ਇਕੱਠਾ ਬੰਦਾ ਸਟਰਗਲ ਵੀ ਇਕੱਠੀ ਕਰ ਸਕਦਾ ਔਰ ਦਿਨ ਸਾਰੇ ਇਕੱਠੇ ਬਿਤਾ ਸਕਦਾ। ਤੇ ਇਹਨਾਂ ਨੂੰ ਮੈਂ ਹਮੇਸ਼ਾ ਸ਼ੁਭਕਾਮਨਾਵਾਂ ਦਿੰਦਾ ਕਿ ਉੱਥੇ ਜਾ ਕੇ ਇਹ ਆਪ ਦਾ ਅੱਛੀ ਤਰ੍ਹਾਂ ਸੈਟਲ ਹੋ ਪਾਣ। ਤੇ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਾਂ ਮੈਨੂੰ ਫੋਲੋ ਕਰੋ। ਬਿਲਕੁਲ ਮੈਨੂੰ ਲੱਗਦਾ ਹੈ ਕਿ ਟੈਸਟੀਮੋਨੀਅਲਸ ਬਹੁਤ ਜ਼ਿਆਦਾ ਜ਼ਰੂਰੀ ਹੈ। ਹਰ ਰੋਜ਼ ਇਹ ਗੱਲ ਕਹਿਣਾ ਵਿਕਰਮ ਵੱਖਰੇ ਵੱਖਰੇ ਪਲੇਟਫਾਰਮ ਤੇ ਕੱਲ ਵੀ ਇੱਕ ਜਗ੍ਹਾ ਲਾਈਵ ਹੈ, ਹਰ ਜਗ੍ਹਾ ਰੋਜ਼ ਨਵੇਂ ਟੈਸਟੀਮੋਨੀਅਲਸ ਲੈ ਕੇ ਜਾਣਾ। ਉਹਦਾ ਕਾਰਨ ਇਹ ਹੈ ਕਿ ਮੈਂ ਇੱਕ ਚੀਜ਼ ਵਾਰ-ਵਾਰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਸਟੂਡੈਂਟ ਨੂੰ ਦੱਸਣਾ ਚਾਹੁੰਦਾ, ਹਰ ਟੈਸਟੀਮੋਨੀਅਲਸ ਵਿੱਚ ਬੋਲਣ ਦਾ ਮਤਲਬ ਇਹ ਹੈ ਕਾਲਜ ਸਟਰੋਂਗ ਹੋਣਾ ਚਾਹੀਦਾ। ਅਗਰ ਤੁਹਾਡਾ ਪ੍ਰੋਫਾਈਲ ਵੀਕ ਹੈ ਤਾਂ ਤੁਹਾਨੂੰ ਜੋ ਸਪੋਰਟ ਦੇਣ ਵਾਲੀ ਸਮਝੋ ਅਗਰ ਛੱਤ ਪਾਉਣੀ ਹੈ ਤਾਂ ਬੇਸ ਔਰ ਪਿਲਰ ਬੜਾ ਸਟਰੋਂਗ ਹੋਣਾ ਚਾਹੀਦਾ। ਤਾਂ ਜੋ ਬੇਸ ਹੈ ਉਹ ਤੁਹਾਡੀ ਐਜੂਕੇਸ਼ਨ ਹੈ, ਪਿਲਰ ਐਜੂਕੇਸ਼ਨ ਪ੍ਰੋਵਾਈਡਰ ਹੈ ਔਰ ਛੱਤ ਜੋ ਹੈ ਉਹ ਆਇਲਸ ਹੈ। ਤਾਂ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਹੀ ਇੱਕ ਅੱਛੀ ਬਿਲਡਿੰਗ ਬਣ ਸਕਦੀ, ਇੱਕ ਅੱਛਾ ਭਵਿੱਖ ਬਣ ਸਕਦਾ ਹੈ। ਤਾਂ ਵਾਰ-ਵਾਰ ਇਹ ਕੁਐਸਚਨ ਤੁਸੀਂ ਆਪਣੇ ਆਪ ਨੂੰ ਵੀ ਕਰੋ ਕਿ ਤੁਸੀਂ ਇੱਕ ਐਜੇ ਬੰਦੇ ਕੋਲ ਵੀ ਜਾਣਾ ਹੈ ਜੋ ਕਹਿ ਰਿਹਾ ਕਿ 20 ਲੱਖ ਮੈਂ ਵੀਜ਼ੇ ਤੋਂ ਬਾਅਦ ਲਾਂਗਾ, ਕੋਈ ਕਾਲਜ ਨਹੀਂ ਦੱਸਾਂਗਾ, ਕੋਈ ਕੋਰਸ ਨਹੀਂ ਦੱਸਾਂਗਾ। ਇੱਕ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਕਾਲਜ ਵੀ ਦੱਸਾਂਗੇ, ਕੋਰਸ ਵੀ ਦੱਸਾਂਗੇ ਔਰ ਕਾਲਜ ਕੋਰਸ ਤੋਂ ਬਾਅਦ ਥੋੜੀ ਇਨਕਮ ਵੀ ਦੱਸਾਂਗੇ ਕਿ ਕਿੱਥੇ ਤੁਹਾਡੀ ਪਲੇਸਮੈਂਟ ਹੋਏਗੀ, ਕਿੱਥੇ ਤੁਸੀਂ ਪਹੁੰਚੋਗੇ। ਤਾਂ ਇਹ ਸਾਰੀ ਚੀਜ਼ਾਂ ਜੋ ਹੈ ਉਹ ਇਫੈਕਟ ਕਰਦੀਆਂ। ਤਾਂ ਵਾਰ-ਵਾਰ ਕਹਿ ਰਿਹਾ। ਬਾਕੀ US ਨੂੰ ਲੈ ਕੇ ਵੀ ਮੇਰੀ राय है कि US इस समय जो वीज़ा है बहुत सही दे रहा है, पर ऐ नहीं कि कोई भी चला जाऊगा तो वीज़ा मिल जाऊगा। वीज़ा उन्हें थोड़े फंड्स ते देना है क्योंकि ये चीज़ ज़रूर देखो, वीज़ा लाने तो पहले एक दिन ज़रूर दिल्ली जाओ, सामने देख लो कि 250 बंदा रोज अप्लाई कर रहा है, वीज़ा किन्ने नूं मिल रहा है, क्योंकि उत्थों खुश किन्ने लोग निकल रहे हैं। क्योंकि वीज़ा अप्लाई करना कोई वड्डी गल नहीं है, अप्लाई करना इज़ वेरी ईजी। अप्लाई कर दो, ਤੁਸੀਂ ਜਨਮ ਤੋਂ ਲੈ ਕੇ ਔਰ ਮਰਨ ਤੱਕ ਕਿਸੇ ਵੀ ਵੀਜ਼ੇ ਤੇ ਅਪਲਾਈ ਕਰ ਸਕਦੇ ਹੋ, ਕੋਈ ਵੀ ਨਹੀਂ ਰੋਕੇਗਾ। ਬਟ ਉਸ ਵੀਜ਼ੇ ਤੇ ਤੁਹਾਡਾ ਸਕਸੈਸ ਰੇਟ ਕੀ ਹੈ ਇਹ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ। ਔਰ ਅਸੀਂ ਇਹ ਗੱਲ ਜ਼ਰੂਰ ਮੰਨਦੇ ਹਾਂ ਕਿ ਅਸੀਂ 100% ਵੀਜ਼ਾ ਨਹੀਂ ਲੱਗਦਾ, ਪਰ ਅਗਰ ਕੋਈ ਸਾਡੇ ਲੈਵਲ ਦੇ ਕੰਸਲਟੈਂਟਸ ਕੋਲ ਆਉਂਦਾ ਤਾਂ ਉਹਦੀ ਪ੍ਰੋਫਾਈਲ ਨਹੀਂ ਖਰਾਬ ਹੁੰਦੀ। ਹੋ ਸਕਦਾ ਹੈ ਕਿ 10 ਵਿੱਚੋਂ ਕੋਈ ਇੱਕ ਬੰਦਾ ਰਿਫਿਊਜ਼ ਵੀ ਹੋ ਜਾਂਦਾ ਹੈ, ਕਿਉਂਕਿ ਜਦੋਂ ਫਾਈਲ ਲਾਣਾ ਹੈ ਤਾਂ ਉਹਨੂੰ ਦੱਸ ਦਿੰਦੇ ਆ ਕਿ ਤੇਰੇ ਵੀਜ਼ਾ ਦੇ ਚਾਂਸਸ 100% ਹੈ, ਤੇਰੇ ਵੀਜ਼ਾ ਦੇ ਚਾਂਸਸ 70% ਹੈ, ਤੇਰੇ ਵੀਜ਼ਾ ਦੇ ਚਾਂਸਸ 80% ਹੈ, 50% ਹੈ। ਜੇ 70% ਕਹਿੰਦੇ ਆ ਤਾਂ 10-30% ਨਾ ਲੱਗਣ ਦੇ ਵੀ ਚਾਂਸਸ ਤੇ ਜਦੋਂ ਪ੍ਰੋਸੀਡ ਕਰਨ ਤੋਂ ਪਹਿਲਾਂ ਆਬਵੀਅਸਲੀ ਬੱਚੇ ਦਾ ਡਿਸੀਜਨ ਹੁੰਦਾ ਹੈ ਸਰ ਕਿ ਵੀ ਉਹਨੇ ਅੱਗੇ ਜਾਣਾ ਹੈ, ਮਤਲਬ ਇੰਨੀ ਉਹਨੂੰ ਸਮਝਾਉਂਦੇ ਆ ਅਸੀਂ ਕਿ ਦੇਖੋ, ਔਰ ਉਹਨੂੰ ਆਪ ਨੂੰ ਦਿਲ ਵਿੱਚ ਵੀ ਪਤਾ ਹੁੰਦਾ ਕਿ ਮੈਂ ਜਦੋਂ ਫਾਈਲ ਲਾ ਰਿਹਾ ਤਾਂ ਮੇਰੇ ਚਾਂਸਸ ਹੈਗੇ ਆ ਔਰ ਰਿਜ਼ਲਟ ਇੱਕ ਹੀ ਆਊਗਾ, ਈਦਰ ਵੀ ਗੋ ਟੂ ਵੀਜ਼ਾ ਔਰ ਯੂ ਗੈਟ। ਬਟ ਮੈਂ ਮੰਨਦਾ ਕਿ ਬਹੁਤ ਜ਼ਿਆਦਾ ਜੋ ਸਾਡੇ ਇਮੋਸ਼ਨਸ ਹੈ ਉਹ ਸੋਸ਼ਲ ਇਮੋਸ਼ਨਸ ਉਹ ਵੀ ਜੁੜੇ ਹੁੰਦੇ। ਔਰ ਪਲੀਜ਼ ਬਹੁਤ ਸਾਰੀ ਚੀਜ਼ਾਂ ਵਾਰ-ਵਾਰ ਦੱਸ ਰਹੇ। ਪਹਿਲੀ ਚੀਜ਼ ਮੈਡੀਕਲ ਨੂੰ ਲੈ ਕੇ ਬਹੁਤ ਜ਼ਿਆਦਾ ਤੁਸੀਂ ਅਲਰਟ ਰਹਿਣਾ, ਕਿਉਂਕਿ ਬਹੁਤ ਸਾਰੇ ਕੇਸਿਸ ਅਜੇ ਹੋ ਰਹੇ ਕਿ ਉਹਨਾਂ ਨੂੰ ਬੋਰਡਿੰਗ ਨਹੀਂ ਕੀਤੀ ਜਾ ਰਹੀ, ਉਹਨਾਂ ਦਾ ਵੀਜ਼ਾ ਰਿਵੋਕ ਹੋ ਰਿਹਾ ਹੈ। ਦੂਜੀ ਚੀਜ਼ ਕਲਾਸਿਸ ਨੂੰ ਲੈ ਕੇ ਤੁਸੀਂ ਬਹੁਤ ਧਿਆਨ ਦੇਣਾ ਹੈ। ਤੀਜੀ ਚੀਜ਼ ਅਪਲਾਈ ਟੂ ਐਨ ਕੰਟਰੀ, ਜੇ ਤੁਸੀਂ US ਅਪਲਾਈ ਕਰੋਗੇ ਔਰ US ਨੇ ਤੁਹਾਡਾ ਵੀਜ਼ਾ ਰਿਫਿਊਜ਼ ਕਰਤਾ ਤਾਂ ਫਿਰ ਉਹ ਅਸਰ ਤੁਹਾਡਾ ਕੈਨੇਡਾ ਤੇ ਵੀ ਆਏਗਾ। ਓਕੇ, ਤੇ ਗੌਰਵ ਸਰ ਸੌਰੀ ਤੁਹਾਨੂੰ ਕੱਟ ਰਹੀ ਹਾਂ ਤੁਹਾਡੀ ਗੱਲ, USA ਸਪਾਊਸ ਵੀਜ਼ਾ ਦੀ ਵੀ ਕਾਫੀ ਗੱਲ ਹੋ ਰਹੀ ਹੈ ਹੁਣ ਕਿ ਸਪਾਊਸ ਵੀਜ਼ਾ ਸਪਾਊਸ ਤਾਂ ਉਹਨਾਂ ਦੀ ਇੱਕ ਫੀਚਰ ਹੈ, ਜਿਵੇਂ ਕੈਨੇਡਾ ਦਾ ਫੀਚਰ ਹੈ ਕਿ ਸਪਾਊਸ 3 ਮਹੀਨੇ ਬਾਅਦ ਜਾਏਗਾ, 6 ਮਹੀਨੇ ਬਾਅਦ ਜਾਏਗਾ, ਉਸ ਤਰ੍ਹਾਂ US ਦਾ ਇੱਕ ਫੀਚਰ ਹੈ ਕਿ F2 ਤੇ ਤੁਸੀਂ ਸਪਾਊਸ ਨਾਲ ਜਾਓਗੇ, ਬਟ
ਟੂਰਿਸਟ ਸਾਈਟ ਨਾਲ ਓਕੇ ਤਾਂ ਯੂਕੇ ਤੁਸੀਂ ਇਕੱਠੇ ਜਾਓਗੇ ਬਟ ਯੂਕੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਸਪਾਊਸ ਕੇਸ ਲਾ ਸਕਦੇ ਹੋ ਓਕੇ ਪਲੱਸ 2 ਤੋਂ ਬਾਅਦ ਸਿਰਫ ਇੱਕ ਅੱਧੀ ਕੋਈ ਯੂਨੀਵਰਸਿਟੀ ਹੈ ਜਿਹਦੇ ਕੋਲ ਇਹ ਆਪਸ਼ਨ ਹੈ ਕਿ ਉਹ ਤੁਹਾਨੂੰ ਸਪਾਊਸ ਵੀਜ਼ਾ ਦੇਗੀ ਓਕੇ ਤਾਂ ਇਹ ਜ਼ਰੂਰ ਸਮਝਣਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੈਰਿजेस ਇਸ ਬੇਸ ਤੇ ਹੁੰਦੀਆਂ ਕਿ ਅਸੀਂ ਬਾਹਰ ਜਾਵਾਂ ਤਾਂ ਅਗਰ ਹਾਂ ਕਾਮਨ ਲਾਅ ਪਾਰਟਨਰ ਰੂਲ ਵੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਨਾਲ ਬਾਹਰ ਜਾਣਾ ਸਪਾਊਸ ਤੇ ਤਾਂ ਤੁਹਾਡੀ ਮੈਰਿਜ ਹੋਣੀ ਚਾਹੀਦੀ ਹੈ ਅਗਰ ਤੁਸੀਂ ਉਹਦੇ ਨਾਲ ਅੰਗੇਜਡ ਹੋ ਤੁਸੀਂ ਕਾਮਨ ਲਾਅ ਪਾਰਟਨਰ ਹੋ ਤਾਂ ਵੀ ਤੁਸੀਂ ਜਾ ਸਕਦੇ ਹੋ ਦੈਟ ਇਜ਼ ਅਗਰ ਉਹਨੂੰ ਸਿੰਪਲ ਲੈਂਗੁਏਜ ਕਹੀਏ ਕਿ ਲਿਵਿੰਗ ਵਿੱਚ ਹੋ ਤਾਂ ਵੀ ਤੁਸੀਂ ਜਾ ਸਕਦੇ ਹੋ ਉਹਦਾ ਪ੍ਰੂਫ ਤੁਹਾਨੂੰ ਚਾਹੀਦਾ ਹੀ ਚਾਹੀਦਾ ਉਹ ਸਭ ਕੁਝ ਐਵੇਂ ਨਹੀਂ ਤੁਸੀਂ ਕਿਸੇ ਨੂੰ ਵੀ ਕਹਿ ਦੋਗੇ ਕਿ ਇਹ ਮੇਰਾ ਕਾਮਨ ਲਾਅ ਪਾਰਟਨਰ ਹੈ ਯੂ ਹੈਵ ਟੂ ਪ੍ਰੂਵ ਜੀ ਤੇ ਨੈਕਸਟ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਹੈਲੋ हेलो हाँ जी नमस्कार जी। नमस्कार जी क्या सवाल है सर आपका हाँ जी मैं ना अपने बेटे बारे पूछना जी बेटे मेरे ने लॉ की थी उन्होंने स्टडी ਲਈ ਕੈਨੇਡਾ ਜਾਣਾ ਕਿਹੜਾ ਕੋਰਸ ਲੈ ਕੇ ਜਾਵੇ ਦੇਖੋ ਜੀ ਦੋ ਕੋਰਸ ਹੈ ਕ੍ਰਿਮੀਨੋਲੋਜੀ ਲੈ ਕੇ ਜਾ ਸਕਦਾ ਹੈ ਫੋਰੈਂਸਿਕ ਸਾਇੰਸ ਲੈ ਕੇ ਜਾ ਸਕਦਾ ਹੈ ਤੇ ਦੋਨੋਂ ਕੋਰਸ ਤੁਹਾਡੇ ਬੱਚੇ ਦੇ ਜੋ ਐਜੂਕੇਸ਼ਨ ਹੈ ਉਹਦੇ ਨਾਲ ਰਿਲੇਟ ਕਰਦੇ ਹੈ ਅਗਰ ਤਾਂ ਉਹਨੇ ਪਲੱਸ 2 ਨਾਨ ਮੈਡੀਕਲ ਜਾਂ ਮੈਡੀਕਲ ਨਾਲ ਕੀਤੀ ਹੈ ਤਾਂ ਫੋਰੈਂਸਿਕ ਸਾਇੰਸ ਅਗਰ ਉਹਨੇ ਪਲੱਸ 2 ਆਰਟਸ ਨਾਲ ਕੀਤੀ ਹੈ ਫਿਰ ਕ੍ਰਿਮੀਨੋਲੋਜੀ ਓਕੇ ਇਸ ਤੋਂ ਇਲਾਵਾ ਇਹ ਲਾਇਰਸ ਲਈ ਦੋ ਹੀ ਕੋਰਸ ਜੋ ਹੈ ਉਹ ਠੀਕ ਹੈ ਕੋਰਸਸ ਦੇ ਨਾਲ ਸਰ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕਿਉਂਕਿ ਤੁਸੀਂ ਵੀ ਕਹਿੰਦੇ ਹੋ ਹਰ ਵਾਰੀ ਦੇਖ ਵੀ ਰਹੇ ਨੇ ਸਾਰੇ ਕਿ ਰਿਜ਼ਲਟਸ ਵਧੀਆ ਆ ਰਹੇ ਨੇ ਤਾਂ ਟਾਈਮਲੀ ਅਪਲਾਈ ਕਰਨਾ ਵੀ ਬਹੁਤ ਇੰਪੋਰਟੈਂਟ ਦੇਖੋ ਫੈਕਟਰ ਉਹਦੇ ਬਣ ਬਿਨਾ ਗਿਆ ਹੈ। ਤਾਂ ਤੁਸੀਂ ਫੜ ਹੀ ਨਹੀਂ ਸਕਦੇ ਮੰਨ ਲਓ ਹੁਣ ਇਹ ਬੁੱਕ ਦਾ ਟਿਕਟ ਫॉर ਅ ਟ੍ਰੇਨ ਤੇ ਤੁਸੀਂ ਪਹਿਲੇ ਹੀ ਨਹੀਂ ਪਹੁੰਚੇ ਹਾਂ ਇਹ ਕਈ ਵਾਰੀ ਸਾਡੇ ਨਾਲ ਲੈ ਜਾ ਵੀ ਹੁੰਦਾ ਹੈ ਕਿ ਅਸੀਂ ਐਂਟਰ ਕਰਦੇ ਹਾਂ ਰੇਲਵੇ ਸਟੇਸ਼ਨ ਤੇ ਉਹ ਟ੍ਰੇਨ ਸਾਡੇ ਸਾਹਮਣੇ ਜਾ ਰਹੀ ਹੁੰਦੀ ਹੈ ਤੇ ਇਹ ਵੀ ਸਾਡੇ ਨਾਲ ਤੁਹਾਡੇ ਨਾਲ ਹਰੇਕ ਨਾਲ ਇਨਸੀਡੈਂਟ ਹੋਇਆ ਬਟ ਪਹਿਲੇ ਪਹੁੰਚਣਾ ਜ਼ਰੂਰੀ ਹੈ ਬਿਲਕੁਲ ਜੀ ਤੇ ਨਾਲ ਹੀ ਜੁੜਦੇ ਹਾਂ ਨੈਕਸਟ ਕਾਲਰ ਨਾਲ ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ ਸਰ ਤੁਹਾਡਾ ਤੁਹਾਡੇ ਜਿਹੜੀ ਮੈਂ ਫੇਸਬੁੱਕ ਤੇ ਵੀਡੀਓ ਦੇਖੀ ਹੈ 25 ਪੈਸੇ ਦੀ ਕਿਹਦੀ ਵੀਡੀਓ ਦੇਖੀਏ ਤੁਹਾਡੇ ਵੀ ਮੈਨੂੰ 25 ਪੈਸੇ ਮਾਡਲ ਸੀ ਕਿਨੂੰ ਗੱਲ ਤੁਹਾਡਾ ਸਟੱਡੀ ਵੀਜ਼ਾ ਰਿਗਾਰਡਿੰਗ ਕੋਈ ਕੁਐਸਚਨ ਹੈ ਸਾਡੇ ਦਰਸ਼ਕਾਂ ਨੂੰ ਮੇਰੀ ਗੁਜ਼ਾਰਿਸ਼ ਰਹਿੰਦੀ ਹੈ ਜੀ ਇਹ ਸ਼ੋਅ ਵਿੱਚ ਅਸੀਂ ਗੱਲ ਕਰ ਰਹੇ ਹਾਂ ਸਟੱਡੀ ਵੀਜ਼ਾ ਬਾਰੇ ਤੁਹਾਡੇ ਲਈ ਵਰਕ ਪ੍ਰੋਸਪੈਕਟਸ ਵੀ ਅਸੀਂ ਡਿਸਕਸ ਕਰ ਸਕਦੇ ਨੇ ਪੀਆਰ ਵਾਲੇ ਵੀ ਕਰ ਸਕਦੇ ਹਾਂ ਜੇਕਰ ਤੁਹਾਡੀ ਪ੍ਰੋਫਾਈਲ ਉਹਦੇ ਲਈ ਐਲੀਜੀਬਲ ਹੁੰਦੀ ਹੈ ਤਾਂ ਜੇਕਰ ਸਟੱਡੀ ਵੀਜ਼ਾ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਮਨ ਦੇ ਵਿੱਚ ਤਾਂ ਜ਼ਰੂਰ ਸ਼ੋਅ ਦੇ ਵਿੱਚ ਕਾਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਹੈਲੋ ਹਾਂਜੀ ਸਰ ਤੁਹਾਡਾ ਸਟੱਡੀ ਵੀਜ਼ਾ ਰਿਗਾਰਡਿੰਗ ਕੋਈ ਸਵਾਲ ਹੈ ਮੈਡਮ ਮੈਂ ਨਾ ਫੇਸਬੁੱਕ ਤੇ ਰਿਕਾਰਡਿੰਗ ਦੇਖੀ ਤੁਹਾਡੀ ਫੇਸਬੁੱਕ ਤੇ ਤੁਸੀਂ ਗਲਤ ਆਈ add ਗੈਸ ਦੇ ਤੁਸੀਂ ਰਹੇ ਹੋ। ਰੋਂਗ ਨੰਬਰ ਤੇ ਲਾਏ ਤੁਹਾਡਾ ਰੋਂਗ ਨੰਬਰ ਹੋ ਸਕਦਾ ਹੈ ਸਰ ਅਸੀਂ ਸ਼ੋਅ ਵਿੱਚ ਗੱਲ ਕਰ ਰਹੇ ਹਾਂ ਸਟੱਡੀ ਵੀਜ਼ਾ ਬਾਰੇ ਜਿਹੜੀ ਵੀ ਤੁਸੀਂ ਐਡਵਰਟਾਈਜ਼ਮੈਂਟ ਦੇਖੀ ਹੈ ਹੋ ਸਕਦਾ ਤੁਸੀਂ ਨੰਬਰ ਕੋਈ ਗਲਤ ਮਿਲਾ ਲਿਆ ਹੋਵੇ ਅਸੀਂ ਇੱਥੇ ਸ਼ੋਅ ਸਟੱਡੀ ਵੀਜ਼ਾ ਬਾਰੇ ਗੱਲ ਕਰ ਰਹੇ ਹਾਂ ਸ਼ੋਅ ਦੇ ਵਿੱਚ ਤਾਂ ਜਿਹੜੇ ਕਾਲਰ ਸਟੱਡੀ ਵੀਜ਼ਾ ਦੇ ਵਿੱਚ ਇੰਟਰਸਟਿਡ ਨੇ ਉਹ ਸਾਨੂੰ ਕਾਲ ਕਰਕੇ ਜ਼ਰੂਰ ਜਾਣਕਾਰੀ ਲੈ ਸਕਦੇ ਨੇ ਗੌਰਵ ਸਰ ਆਸਟ੍ਰੇਲੀਆ ਦੀ ਵੀ ਜ਼ਿਕਰ ਮੈਂ ਕਰਨਾ ਚਾਹੂੰਗੀ ਸ਼ੋਅ ਦੇ ਵਿੱਚ ਕਿ ਹੁਣ ਆਸਟ੍ਰੇਲੀਆ ਲਈ ਕਿਸ ਤਰ੍ਹਾਂ ਦੀ ਪ੍ਰੋਫਾਈਲ ਬਿਲਕੁਲ ਜਨਵਰੀ ਇਨਟੇਕ ਲਈ ਤੁਸੀਂ ਵੈਲਕਮ ਹੋ ਔਰ ਜਨਵਰੀ ਲਈ ਤੁਸੀਂ ਵਿਦ ਸਪਾਊਸ ਜਾ ਸਕਦੇ ਹੋ ਕਿਉਂਕਿ ਆਸਟ੍ਰੇਲੀਆ ਇਸ ਸਮੇਂ ਤੁਹਾਨੂੰ 5.5 ਬੈਂਡ ਤੇ ਕਿਉਂਕਿ ਪਲੱਸ 2 ਤੋਂ ਬਾਅਦ ਓਵਰਆਲ 5.5 ਔਰ ਰੀਚ 5.5 ਹੈ ਤਾਂ ਕਿਸੇ ਵੀ ਕੰਟਰੀ ਵਿੱਚ ਆਪਸ਼ਨ ਨਹੀਂ ਹੈ ਬਟ ਤੁਹਾਡੇ ਕੋਲ ਆਪਸ਼ਨ ਆਸਟ੍ਰੇਲੀਆ ਦੇ ਵਿੱਚ ਹੈ ਗ੍ਰੈਜੂਏਸ਼ਨ ਤੋਂ ਬਾਅਦ 6 ਹੋ ਦੋ ਵੀ 5.5 ਹੈ ਤਾਂ ਤੁਹਾਡੇ ਕੋਲ ਆਪਸ਼ਨ ਜੋ ਹੈ ਉਹ ਆਸਟ੍ਰੇਲੀਆ ਲਈ ਹੈ ਤਾਂ ਆਸਟ੍ਰੇਲੀਆ ਜੋ ਤੁਹਾਨੂੰ ਹੈ ਉਹ ਆਪਸ਼ਨ ਇਸ ਸਮੇਂ ਦੇ ਰਿਹਾ ਹੈ ਬਟ ਫਿਰ ਉਹੀ ਗੱਲ ਯੂ ਹੈਵ ਟੂ ਗ੍ਰੈਬ ਅਸੀਂ ਬਹੁਤ ਵਾਰੀ ਦੱਸਿਆ ਗਰੁੱਪ 8 ਹੈ ਟੌਪ ਯੂਨੀਵਰਸਿਟੀਜ਼ ਹੈ ਤਸਮਾਨੀਆ ਸਾਈਡ ਹੈ ਰੀਜਨਲਸ ਏਰੀਆਜ਼ ਹੈ ਜਿਹਦੇ ਵਿੱਚ ਤੁਸੀਂ ਵਿਦ ਸਪਾਊਸ ਜਾ ਸਕਦੇ ਹੋ ਔਰ ਯੂ ਗੈਟ ਪੀਆਰ ਜਲਦੀ ਉਹਦੇ 5-7 ਪੁਆਇੰਟ ਐਕਸਟਰਾ ਹੈ ਤਾਂ ਇਹ ਚੀਜ਼ ਤੁਸੀਂ ਸੋਚਣੀ ਹੈ ਕਿ ਤੁਸੀਂ ਕਿੱਧਰ ਜਾਣਾ ਹੈ ਔਰ ਕਿਸ ਤਰ੍ਹਾਂ ਸੈਟਲ ਹੋਣਾ ਬਿਲਕੁਲ ਜੀ ਤੇ ਨਾਲ ਹੀ ਜੁੜਦੇ ਹਾਂ ਸ਼ੋਅ ਵਿੱਚ ਨੈਕਸਟ ਕਾਲਰ ਨਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਤਾ ਕਰਨਾ ਸੀਗਾ ਮੇਰਾ ਬੇਟਾ ਸਾਈਪਰਸ ਹੈ ਅੱਛਾ ਜੀ अगर असली उसमें अगर किसी शंघन कंट्री से माइग्रेट करना हो तो क्या प्रोसेस है ਤੁਸੀਂ ਜੀ ਉਹਦੀ ਜੋ ਪਾਸਪੋਰਟ ਹੈ ਵੀਜ਼ਾ ਹੈ ਔਰ ਜੋ ਉੱਥੇ ਉਹਦਾ ਵੀਜ਼ਾ ਸਟੇਟਸ ਹੈ ਉਹ ਸਾਨੂੰ ਇਸ ਨੰਬਰ ਤੇ WhatsApp ਕਰ ਦਿਓ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ ਔਰ ਦੇਖ ਲਾਂਗੇ ਕਿਹੜੀ ਕੰਟਰੀ ਵਾਸਤੇ ਉਹ ਮਾਈਗ੍ਰੇਸ਼ਨ ਲਈ ਐਲੀਜੀਬਲ ਹੈ ਔਰ ਡੈਫੀਨਿਟਲੀ ਮਾਈਗ੍ਰੇਸ਼ਨ ਕਰਾ ਦਾਂਗੇ
ਜੀ ਤੇ ਗੌਰਵ ਸਰ ਜਿਵੇਂ 2018-19 ਵਾਲੇ ਬੱਚੇ ਹੁਣ ਵੀ ਕੈਨੇਡਾ ਅਪਲਾਈ ਕਰ ਰਹੇ ਨੇ, US UK ਅਪਲਾਈ ਕਰ ਰਹੇ ਨੇ, ਉਹ ਬੱਚੇ ਆਸਟ੍ਰੇਲੀਆ ਲਈ ਹੁਣ ਚਾਂਸਸ ਹੈਗੇ ਨੇ ਕਿ ਉਹਨਾਂ ਦੀ ਫਾਈਲਸ ਪਿਕ ਹੋਣਗੀਆਂ? ਬਿਲਕੁਲ ਡਿਪੈਂਡ ਹੈ ਕਿ ਤੁਸੀਂ 18 ਪਾਸ ਆਊਟ ਉਸ ਤੋਂ ਬਾਅਦ ਕੀ ਕੀਤਾ। ਓਕੇ। ਉਸ ਤੋਂ ਬਾਅਦ ਸਾਡੇ ਤੇ ਬਹੁਤ ਹੈ ਕਿਉਂਕਿ ਐਡਮਿਸ਼ਨ ਦੋ ਤਰੀਕੇ ਨਾਲ ਪਾਇਆ ਜਾ ਸਕਦਾ ਹੈ। ਇੱਕ ਐਡਮਿਸ਼ਨ ਜਿਹਦੇ ਕੋਲ ਟੈਕਨੀਕਲ ਟੀਮ ਨਹੀਂ ਹੈ, ਉਹ ਤੁਹਾਡੇ ਇੱਕ ਡਾਕੂਮੈਂਟ PDF ਆਂਦਾ ਹੈ, ਕਾਲਜ ਨੂੰ ਪਾ ਦਿੰਦਾ ਹੈ। ਅਸੀਂ ਵਿਦ SOP ਪਾਉਂਦੇ ਓਕੇ ਕਿ ਅਸੀਂ 18 ਪਾਸ ਆਊਟ ਕੀਤਾ, 18 ਤੋਂ 21 ਅਸੀਂ ਇਹ ਕੀਤਾ, ਹੂੰ ਅਗਰ ਨਹੀਂ ਕੀਤਾ ਤੇ ਇਹ ਰੀਜ਼ਨ ਸੀ, ਔਰ ਅੱਗੇ ਪੜਨ ਦੇ ਇਹ ਰੀਜ਼ਨ ਹੈ ਤਾਂ ਕਿ ਯੂਨੀਵਰਸਿਟੀ ਜਦੋਂ ਉਹਨੂੰ ਪੜ੍ਹਦੀ ਹੈ ਤਾਂ ਉਹਨੂੰ ਥੋੜੇ ਕਰੈਕਸ ਸਮਝ ਆ ਜਾਂਦੇ ਹੂੰ ਤਾਂ ਉਹ ਤੁਹਾਨੂੰ ਆਫਰ ਜੋ ਹੈ ਦੇਣ ਨੂੰ ਤਿਆਰ ਹੋ ਜਾਂਦੀ ਹੈ ਕਿ ਮੇਰੇ ਕੋਲ ਇਹ ਫੰਡਸ ਹੈ, ਇਹ ਮੇਰਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਹੈ, ਤਾਂ ਇਹ ਸਾਰੀ ਚੀਜ਼ਾਂ ਸਾਡੇ ਕੋਲ ਹਮੇਸ਼ਾ ਬੈਨੀਫੀਸ਼ੀਅਲ ਰਹਿੰਦੀਆਂ। ਬਿਲਕੁਲ ਜੀ, ਥੈਂਕ ਯੂ ਸੋ ਮਚ ਗੌਰਵ ਸਰ ਸਾਨੂੰ ਸ਼ੋਅ ਵਿੱਚ ਜੁਆਇਨ ਕਰਨ ਦੇ Thank ਲਈ। you. ਇਸੇ ਦੇ ਨਾਲ ਜੀ ਤੁਸੀਂ ਵੀ ਸਾਨੂੰ ਇਜਾਜ਼ਤ ਦਿਓ, ਜਲਦੀ ਹਾਜ਼ਰ ਹੋਵਾਂਗੇ ਤੁਹਾਡੇ ਸਾਰਿਆਂ ਦੇ ਲਈ ਨਵੇਂ ਸ਼ੋਅ ਦੇ ਵਿੱਚ, ਨਵੇਂ ਗੈਸਟ ਨਵੀਂ ਅਪਡੇਟਸ ਦੇ ਨਾਲ। ਉਦੋਂ ਤੱਕ ਤੁਸੀਂ ਸਾਰੇ ਦੇਖਦੇ ਰਹੋ ਫਾਸਟਵੇ ਤੇ ਕਿੰਜਾਵਾਂ ਪਰਦੇਸ ਤੇ ਆਪਣਾ ਖਿਆਲ ਰੱਖੋ ਜੀ। ਸਤਿ ਸ਼੍ਰੀ ਅਕਾਲ।